ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ ਪੂਰਾ ਦਿਨ ਪੰਜਾਬ ਦੇ ਵਿੱਚ ਮੀਂਹ ਪੈਂਦਾ ਰਿਹਾ। ਰਾਤ ਦੇ ਵੇਲੇ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕਿਣਮਣ ਲਗਾਤਾਰ ਹੁੰਦੀ ਰਹੀ ਹੈ। ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਕਿਣਮਣ ਹੋ ਰਹੀ ਹੈ। ਜਿਵੇਂ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ ਝੜੀ ਲੱਗਦੀ ਹੁੰਦੀ ਹੈ, ਇਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ। ਕਈ ਥਾਵਾਂ ਦੇ ਉੱਤੇ ਹਲਕਾ ਤੇ ਕਈ ਥਾਵਾਂ ਦੇ ਉੱਤੇ ਦਰਮਿਆਨਾ ਮੀਂਹ ਪੈ ਰਿਹਾ। ਪੰਜਾਬ ਦਾ ਮੇਰਾ ਖਿਆਲ ਕੋਈ ਪਿੰਡ ਸ਼ਹਿਰ ਕਸਬਾ ਇਹੋ ਜਿਹਾ ਨਹੀਂ ਹੋਊਗਾ ਜਿੱਥੇ ਚਿਰਗਲ ਜਿਹਾ ਨਾ ਵੱਜਿਆ ਹੋਵੇ, ਜਿੱਥੇ ਚਿੱਕੜ ਨਾ ਹੋਵੇ, ਜਿੱਥੇ ਗਲੀ ਮੋੜ ਦੇ ਉੱਤੇ ਪਾਣੀ ਨਾ ਖੜਾ ਹੋਵੇ, ਜਿੱਥੇ ਚੌਂਕ ਦੇ ਵਿੱਚ ਪਾਣੀ ਨਾ ਖੜਾ ਹੋਵੇ। ਕਹਿਣ ਦਾ ਭਾਵ ਇਹ ਆ ਵੀ ਇਸ ਮੀਂਹ ਦੇ ਕਰਕੇ ਮੀਂਹ ਤਾਂ ਪੈਣਾ ਸੀ, ਇਹਦੇ ਬਾਬਤ ਭਵਿੱਖ ਬਣੀ ਸੀ, ਪਰ ਇਵੇਂ ਲਗਾਤਾਰਤਾ ਦੇ ਵਿੱਚ ਪਊਗਾ ਮੀਂਹ, ਲਗਾਤਾਰ ਹੀ ਪਈ ਜਾਊਗਾ ਮੀਂਹ, ਇਹਦੇ ਬਾਬਤ ਕਿਆਸ ਨਹੀਂ ਸੀ ਕੀਤਾ। ਸੋ ਇਸ ਮੀਂਹ ਨੇ ਲੋਕਾਂ ਦੀ ਜਾਨ ਆਉਣ ਦੀ ਰਫ਼ਤਾਰ ਦੇ ਵਿੱਚ ਕਟੌਤੀ ਕੀਤੀ ਹੈ। ਸੜਕਾਂ ਦੇ ਉੱਤੇ ਗੱਡੀਆਂ ਬੜੀਆਂ ਹੌਲੀ ਚੱਲ ਰਹੀਆਂ। ਦੋ ਪਹੀਆ ਵਾਹਨ ਜਿਹੜੇ ਠੰਡ ਦੇ ਨਾਲ ਝੰਬੇ ਹੁੰਦੇ ਲੋਕ, ਉਹ ਹੋਰ ਵੀ ਹੌਲੀ ਜਾ ਰਹੇ ਆ। ਲੋਕ ਇਹਨਾਂ ਕਣੀਆਂ ਤੋਂ ਬਚਦੇ ਅੱਗੇ ਵਧ ਰਹੇ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਮੀਂਹ ਨੇ ਇੱਕ ਵਾਰ ਥੋੜ੍ਹੀ ਜਿਹੀ ਰਫ਼ਤਾਰ ਘਟਾ ਦਿੱਤੀ ਆ ਮਨੁੱਖੀ ਜ਼ਿੰਦਗੀ ਦੀ। ਸੋ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਾਲੇ ਹੋਰ ਮੀਂਹ ਪੈਣ ਦੀ ਆਸ ਹੈ। ਤੇ ਇਹ ਮੀਂਹ ਆਉਂਦੇ ਦਿਨਾਂ ਦੇ ਵਿੱਚ ਕੀ ਰੰਗ ਦਿਖਾਊ, ਕਿੰਨਾ ਕੁ ਚਿਰ ਪਾਊ, ਠੰਡ ਹੋਰ ਕਿੰਨੀ ਕੁ ਵਧੂ, ਇਹ ਤਾਂ ਸਮਾਂ ਦੱਸੂ। ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਵੀ ਠੰਡ ਵੱਧ ਜਾਣੀ ਆ, ਹੋਰ ਵੱਧ ਜਾਣੀ ਆ। ਹਿਮਾਚਲ ਪ੍ਰਦੇਸ਼ ਦੇ ਵੱਲ ਵੀ ਮੀਂਹ ਪੈ ਰਿਹਾ। ਬਰਫ਼ਬਾਰੀ ਉੱਥੇ ਲਗਾਤਾਰ ਹੋ ਰਹੀ ਹੈ ਵੱਖ-ਵੱਖ ਖੇਤਰਾਂ ਦੇ ਵੱਲ। ਕਈ ਥਾਵਾਂ 'ਤੇ ਗੜੇ ਵੀ ਪਏ ਆ, ਉਹਦਾ ਅਸਰ ਵੀ ਮੈਦਾਨੀ ਖੇਤਰ ਦੇ ਵੱਲ ਆ ਰਿਹਾ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਆ BJP ਦੇ ਵੱਲੋਂ ਜਿਹੜੀ ਰੈਲੀ ਕੀਤੀ ਜਾਣੀ ਸੀ ਉਹਦੇ ਫਲੋਪ ਹੋਣ ਦੇ ਨਾਲ ਸੰਬੰਧਿਤ ਫਿਰੋਜ਼ਪੁਰ ਦੇ ਵਿੱਚ। ਫਿਰੋਜ਼ਪੁਰ ਦੀ ਰੈਲੀ ਦਾ ਚਾਅ ਬਹੁਤ ਸੀ BJP ਦੇ ਆਗੂਆਂ ਨੂੰ। ਚਾਅ ਉਹਨਾਂ ਨੂੰ ਇੰਨਾ ਸੀ ਵੀ ਸਾਂਭਿਆ ਨਹੀਂ ਸੀ ਜਾਂਦਾ। ਲਗਾਤਾਰ ਵੱਖ-ਵੱਖ BJP ਦੇ ਵੱਡੇ ਛੋਟੇ ਨੇਤਾ ਇਹ ਗੱਲ ਕਹਿੰਦੇ ਸੀ ਕਿ ਰਿਕਾਰਡ ਤੋੜ ਇਕੱਠ ਹੋਊਗਾ। 3 ਲੱਖ ਤੋਂ ਵੱਧ ਲੋਕਾਂ ਦਾ ਇੱਥੇ ਇਕੱਠ ਹੋਣ ਦੀ ਆਸ ਹੈ। 70,000 ਤੋਂ ਵੱਧ ਉੱਥੇ ਕੁਰਸੀ ਲਾਈ ਗਈ ਸੀ, 70-80 ਹਜ਼ਾਰ ਦੇ ਕਰੀਬ। 25-26 ਏਕੜ ਦੇ ਵਿੱਚ ਕਹਿੰਦੇ ਨੇ ਕਿ ਪੰਡਾਲ ਲਾਇਆ ਗਿਆ ਸੀ। ਹਰ ਤਰ੍ਹਾਂ ਦੀ ਸਹੂਲਤ ਉੱਥੇ ਦੇਣ ਦੀ ਗੱਲ ਕੀਤੀ ਜਾ ਰਹੀ ਸੀ। ਕਰੋੜਾਂ ਰੁਪਈਆ ਉੱਥੇ ਨਿਵੇਸ਼ ਕੀਤਾ ਗਿਆ ਸੀ, ਕਰੋੜਾਂ ਰੁਪਈਆ ਖਰਚ ਕੀਤਾ ਗਿਆ ਸੀ। ਪਰ ਇਸ ਦੇ ਬਾਵਜੂਦ ਜਿਸ ਤਰੀਕੇ ਦੇ ਨਾਲ ਇੱਥੇ ਸਦਰਾਂ ਦੇ ਉੱਤੇ ਪਾਣੀ ਫਿਰਿਆ, ਭਾਵੇਂ ਉਹ ਕੁਦਰਤ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਵਿਰੋਧ ਦੇ ਰੂਪ ਦੇ ਵਿੱਚ ਹੋਵੇ, ਤੇ ਭਾਵੇਂ ਕੋਈ ਹੋਰ ਕਾਰਨ ਜੋੜ ਕੇ ਦੇਖੀਏ, ਉਹ ਵੀ ਮੇਰਾ ਖਿਆਲ ਆ ਵੀ ਲੰਮੇ ਸਮੇਂ ਤੱਕ ਚੇਤੇ ਰਹਿਣਾ। ਭਾਰਤ ਦੇ ਪ੍ਰਧਾਨ ਮੰਤਰੀ ਲੰਘੇ ਕੱਲ ਸਵੇਰ ਦੇ ਵੇਲੇ ਬਠਿੰਡੇ ਪਹੁੰਚ ਜਾਂਦੇ ਆ। ਬਠਿੰਡੇ ਤੋਂ ਕਹਿੰਦੇ ਵੀ ਮੌਸਮ ਖਰਾਬ ਹੈ, ਇਸ ਕਰਕੇ ਹੈਲੀਕਾਪਟਰ ਦੇ ਰਾਹੀਂ ਨਹੀਂ ਜਾਣਾ, ਆਪਾਂ ਜਾਂਦੇ ਕਾਫਲੇ ਦੇ ਰਾਹੀਂ, ਬਾਈ ਰੋਡ ਸੜਕੀ ਰਸਤੇ ਦੇ ਰਾਹੀਂ। ਸੜਕੀ ਰਸਤੇ ਰਾਹੀਂ ਉਹ ਹੁਸੈਨੀਵਾਲਾ ਪਹੁੰਚ ਜਾਂਦੇ ਆ। ਉੱਥੇ ਜਾ ਕੇ ਸ਼ਹੀਦਾਂ ਨੂੰ ਮੱਥਾ ਟੇਕਦੇ, ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ। ਵਾਪਸ ਉਹਨਾਂ ਨੇ ਆਉਣਾ ਤੇ ਪਿਆਰੇਆਣਾ ਜਿਹੜਾ ਪਿੰਡ ਆ, ਤੇ ਉੱਥੇ ਇੱਕ ਪੁਲ ਬਣਿਆ ਹੋਇਆ, ਫਲਾਈਓਵਰ ਬਣਿਆ ਹੋਇਆ। ਪਿਆਰੇਆਣਾ ਦੇ ਫਲਾਈਓਵਰ ਦੇ ਉੱਤੇ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਰੁਕ ਜਾਂਦਾ ਤੇ 15-20 ਮਿੰਟ ਉੱਥੇ ਰੁਕਿਆ ਰਹਿੰਦਾ। ਪਤਾ ਲੱਗਦਾ ਜੀ ਕਿ ਇੱਥੋਂ ਥੋੜ੍ਹੀ ਕੁ ਦੂਰੀ ਦੇ ਉੱਤੇ ਕਿਸਾਨਾਂ ਨੇ ਸੜਕ ਦੇ ਵਿਚਾਲੇ ਟਰਾਲੀਆਂ ਲਾਈਆਂ ਹੋਈਆਂ ਤੇ ਉਹਨਾਂ ਨੇ ਸੜਕ ਜਾਮ ਕੀਤੀ ਹੋਈ ਹੈ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਦੋਂ ਇਉਂ ਪ੍ਰਤੀਤ ਹੋਇਆ, ਜਾਂ ਜਿਹੜੇ ਪੂਰੇ ਕਾਫਲੇ ਦੇ ਵਿੱਚ ਜਾਂ ਜਿਹੜੇ ਏਜੰਸੀਆਂ ਦੇ ਨਾਲ ਸੰਬੰਧਿਤ ਲੋਕ ਸੀਗੇ, ਉਹਨਾਂ ਨੂੰ ਜਦੋਂ ਇਹ ਪ੍ਰਤੀਤ ਹੋਇਆ ਵੀ ਇੱਥੇ ਖਤਰਾ ਪੈਦਾ ਹੋ ਸਕਦਾ, ਜਾਂ ਉਹਨਾਂ ਨੂੰ ਇਹ ਲੱਗਾ ਜੀ ਕਿ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਆ ਉਹ ਨੇੜੇ ਆ ਸਕਦੇ ਆ, ਤੇ ਫਿਰ ਉਹਨਾਂ ਥਾਵਾਂ ਤੋਂ ਗੱਡੀਆਂ ਵਾਪਸ ਘੁਮਾ ਕੇ ਤੇ ਬਠਿੰਡੇ ਵੱਲ ਲੈ ਗਏ। ਤੇ ਜਾਂਦੇ ਜਾਂਦੇ ਪੰਜਾਬ ਦੇ ਵਿੱਚੋਂ ਉੱਡਣ ਵੇਲੇ ਬਠਿੰਡੇ ਦੇ ਏਅਰਪੋਰਟ ਦੇ ਉੱਤੇ ਸਿਕਿਉਰਿਟੀ ਅਫਸਰਾਂ ਨੂੰ ਇਹ ਗੱਲ ਕਹਿ ਕੇ ਆ ਪ੍ਰਧਾਨ ਮੰਤਰੀ ਕਿ ਜੀ ਆਪਣੇ CM ਦਾ ਧੰਨਵਾਦ ਕਰ ਦੇਣਾ, ਮੈਂ ਬਠਿੰਡੇ ਜ਼ਿੰਦਾ ਪਹੁੰਚ ਗਿਆ ਹਾਂ। ਹੁਣ ਜਿਹੜੀ ਇਹ ਗੱਲ ਕਹੀ ਆ ਬਹੁਤ ਵੱਡਾ ਮਾਇਨਾ ਰੱਖਦੀ ਹੈ ਕਿ ਕੀ ਕੋਈ ਜਾਨ ਨੂੰ ਖਤਰਾ ਪੈਦਾ ਹੋ ਰਿਹਾ ਸੀ। ਜ਼ਿੰਦਾ ਪਹੁੰਚ ਗਿਆ ਹਾਂ, ਇਹਦੇ ਅਰਥ ਕਿਹੜੇ ਪ੍ਰਸੰਗ ਦੇ ਵਿੱਚ ਕੱਢੇ ਜਾਣ। ਲੋਕ ਇਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਪ੍ਰਧਾਨ ਮੰਤਰੀ ਸਾਹਿਬ ਜਿਉਂਦੇ ਵਸਦੇ ਰਹਿਣ, ਲੰਮੀ ਸਭ ਦੀ ਉਮਰ ਹੋਵੇ, ਅਸੀਂ ਤਾਂ ਇਹਦੀ ਕਾਮਨਾ ਕਰਦੇ ਆ। ਪਰ ਕੱਲ੍ਹ ਵਾਲਾ ਜੋ ਫਲੋਪ ਸ਼ੋਅ ਹੋਇਆ, ਜਿਹੜੀ ਇਹ ਰੈਲੀ ਫਲੋਪ ਹੋਈ ਆ, ਇਹਦੇ ਨਾਲ ਸੰਬੰਧਿਤ 4-5 ਗੱਲਾਂ ਜ਼ਰੂਰ ਕਰਨੀਆਂ ਬਣਦੀਆਂ। BJP ਨੂੰ ਇਸ ਗੱਲ ਦੀ ਆਸ ਨਹੀਂ ਕਿ ਇਹ ਰੈਲੀ ਫਲੋਪ ਹੋ ਜਾਊਗੀ। BJP ਨੂੰ ਇਉਂ ਲੱਗਦਾ ਸੀ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕਿਸਾਨਾਂ ਦਾ ਰੋਸ ਖਤਮ ਹੋ ਗਿਆ, ਪਰ ਨਹੀਂ ਹੋਇਆ। BJP ਨੂੰ ਇਹ ਲੱਗਦਾ ਸੀ ਜੀ ਕਿ ਪੰਜਾਬ ਦੇ ਵਿੱਚ ਅਸੀਂ ਪੂਰਾ ਧੱਕ ਪਾ ਕੇ ਰੱਖਣੀ ਆ, ਪਰ ਨਹੀਂ ਪਈ। ਉਹਨਾਂ ਨੂੰ ਇਹ ਲੱਗਦਾ ਸੀ ਕਿ ਮੀਂਹ ਆਵੇ, ਹਨੇਰੀ ਆਵੇ, ਝੱਖੜ ਝੁੱਲਾ ਆਵੇ, ਲੋਕਾਂ ਨੇ ਪਹੁੰਚ ਹੀ ਜਾਣਾ। ਮੌਸਮ ਦੀ ਮਾਰ ਵੀ ਰਹੀ, ਕਰੋਨਾ ਦਾ ਕਹਿਰ ਵੀ ਕਹਿ ਸਕਦੇ ਆ, ਤੇ ਲੋਕਾਂ ਦੀ ਨਾਰਾਜ਼ਗੀ, ਇਹ ਸਾਰੇ ਕਾਰਨ ਜ਼ਿੰਮੇਵਾਰ ਆ ਜਿਹਦੇ ਕਰਕੇ ਲੰਘੇ ਕੱਲ੍ਹ ਵਾਲੀ ਰੈਲੀ ਸਫਲ ਨਹੀਂ ਹੋਈ। ਇਸ ਰੈਲੀ ਦੇ ਅਸਫਲ ਹੋਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਦੋਸ਼ਾਂ ਦੇ ਰੂਪ ਦੇ ਵਿੱਚ ਚੰਨੀ ਨੇ ਕਈ ਕੁਝ ਭਾਜਪਾ ਆਗੂਆਂ ਨੂੰ ਕਿਹਾ। ਭਾਜਪਾ ਦੇ ਕਈ ਆਗੂ ਚੰਨੀ ਸਰਕਾਰ ਨੂੰ ਹੁਣ ਲੈ ਕੇ ਬਹਿ ਗਏ ਆ, ਤੇ ਕੈਪਟਨ ਸਾਹਿਬ ਤਾਂ ਇਹ ਵੀ ਗੱਲ ਕਹੀ ਜਾਂਦੇ ਆ ਵੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰੱਖਿਆ ਨਹੀਂ ਕਰ ਸਕਦੇ, ਆਮ ਬੰਦੇ ਦੀ ਕਿੱਥੇ ਕਰਦੇ ਹੋਣਗੇ। ਰਾਸ਼ਟਰਪਤੀ ਰਾਜ ਪੰਜਾਬ 'ਚ ਲਾਗੂ ਹੋ ਜਾਣਾ ਚਾਹੀਦਾ।
ਇਸੇ ਦਰਮਿਆਨ ਕੁਝ ਕੁ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਜਿਨ੍ਹਾਂ ਨੇ ਸਾਰੀ ਗੱਲਬਾਤ ਦਾ ਰੁੱਖ ਹੀ ਪਲਟ ਕੇ ਰੱਖ ਦਿੱਤਾ। ਪਹਿਲਾਂ ਇਹ ਪਤਾ ਸੀ ਵੀ ਕੁਝ ਕੁ ਲੋਕਾਂ ਨੇ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਿਹਦੇ ਕਰਕੇ ਇਹ ਕਾਫਲਾ ਵਾਪਸ ਗਿਆ। ਪਰ ਹੁਣ ਉਹ ਲੋਕ ਸਾਹਮਣੇ ਆ ਗਏ ਆ ਜਿਨ੍ਹਾਂ ਦੇ ਵੱਲੋਂ ਇਸ ਕਾਫਲੇ ਨੂੰ ਰੋਕਿਆ ਗਿਆ, ਜਿਨ੍ਹਾਂ ਦੇ ਕਰਕੇ ਇਹ ਕਾਫਲਾ ਰੁਕਿਆ। ਉਹਨਾਂ ਲੋਕਾਂ ਦੇ ਵਿੱਚੋਂ ਇੱਕ ਬਲਕਾਰ ਸਿੰਘ ਹੈ। ਬਲਕਾਰ ਸਿੰਘ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪਿਆਰੇ ਆਣੇ ਵਾਲੇ ਪੁਲ ਦੇ ਉੱਤੇ ਅਸੀਂ ਪੂਰੀ ਤਿਆਰੀ ਕਰੀ ਬੈਠੇ ਸੀ। ਗੁਰਦੁਆਰੇ ਦੇ ਵਿੱਚੋਂ ਅਨਾਊਂਸਮੈਂਟ ਕੀਤੀ ਗਈ ਵੀ ਪ੍ਰਧਾਨ ਮੰਤਰੀ ਇਧਰਲੇ ਪਾਸੇ ਨਹੀਂ ਆ ਰਿਹਾ ਤੇ ਇੱਥੇ ਪਹੁੰਚੋ ਹੁਮ ਹੁਮਾ ਕੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਕਿਸੇ ਵੀ ਬੀਜੇਪੀ ਦੇ ਸਮਰਥਕ ਨੂੰ ਕਿਸੇ ਵੀ ਰੈਲੀ ਦੇ ਵਿੱਚ ਜਾਣ ਦੇ ਚਾਹਵਾਨ ਨੂੰ ਅੱਗੇ ਜਾਣ ਤੋਂ ਰੋਕਦੇ ਸੀ। ਪਰ ਜਦੋਂ ਸਾਨੂੰ ਇਹ ਪਤਾ ਲੱਗਾ ਵੀ ਪ੍ਰਧਾਨ ਮੰਤਰੀ ਨੇ ਵੀ ਇਸੇ ਥਾਂ ਤੋਂ ਲੰਘਣਾ ਤੇ ਫਿਰ ਅਸੀਂ ਇਕੱਠ-ਵੱਠ ਚੰਗਾ ਕਰ ਲਿਆ। ਹੁਣ ਬੀਜੇਪੀ ਨੇ ਨੁਕਤਾ ਇਸ ਗੱਲ ਦਾ ਚੁੱਕ ਲਿਆ ਵੀ ਇਹ ਕਿੱਥੋਂ ਪਤਾ ਲੱਗਾ ਕਿ ਸਾਡਾ ਰੂਟ ਇਹ ਆ। ਭਾਰਤ ਦੇ ਪ੍ਰਧਾਨ ਮੰਤਰੀ ਦਾ ਰੂਟ ਇੱਦਾਂ ਲੀਕ ਹੋ ਜੇ ਇਹ ਤਾਂ ਬਹੁਤ ਮਾੜੀ ਗੱਲ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇੱਥੋਂ ਕਿਵੇਂ ਗੱਲ ਲੀਕ ਹੋਈ ਆ, ਹੁਣ ਇਹਦੀ ਪੜਤਾਲ ਕਰਨੀ ਬਣਦੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਪਹੁੰਚਣ ਦਾ ਰੂਟ ਲੀਕ ਕੀਤੇ ਜਾਣ ਦੀ ਹੁਣ ਪੁਸ਼ਟੀ ਹੋ ਗਈ ਹੈ। ਰੂਟ ਦੇ ਬਾਰੇ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਲਾਗਲੇ ਪਿੰਡ ਪਿਆਰੇਆਣਾ ਦੇ ਸਪੀਕਰ ਤੋਂ ਅਨਾਊਂਸਮੈਂਟ ਕਰਵਾ ਕੇ ਤੇ ਭੀੜ ਇਕੱਠੀ ਕੀਤੀ ਤੇ ਪੂਰੀ ਸੜਕ ਜਾਮ ਕਰ ਦਿੱਤੀ। ਉਦੋਂ ਤੱਕ ਇੱਥੇ ਕਈ ਕਿਸਾਨ ਸੰਗਠਨ ਵੀ ਪਹੁੰਚ ਚੁੱਕੇ ਸਨ। ਪਹਿਲਾਂ ਉਹ ਸਿਰਫ ਰੈਲੀ ਦੇ ਵਿੱਚ ਜਾ ਰਹੇ ਭਾਜਪਾ ਵਰਕਰਾਂ ਦੀਆਂ ਬੱਸਾਂ ਨੂੰ ਰੋਕ ਰਹੇ ਸਨ। ਇਹ ਗੱਲ ਪ੍ਰਦਰਸ਼ਨਕਾਰੀਆਂ ਨੇ ਖੁਦ ਕੈਮਰੇ ਦੇ ਸਾਹਮਣੇ ਮੰਨੀ ਹੈ, ਜਿਸ ਦੇ ਵੀਡੀਓ ਹੁਣ ਮੀਡੀਆ ਦੇ ਵਿੱਚ ਵਾਇਰਲ ਵੀ ਹੋ ਰਹੇ ਨੇ। ਇਹਨਾਂ ਹੀ ਨਹੀਂ, ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਦੇ ਰੂਟ ਤੇ ਤਾਇਨਾਤ ਪੁਲਿਸ ਕਰਮਚਾਰੀ ਵੀ ਭੀੜ ਨੂੰ ਹਟਾ ਕੇ ਰਾਹ ਖਾਲੀ ਕਰਾਉਣ ਦੀ ਥਾਂ ਪ੍ਰਦਰਸ਼ਨਕਾਰੀਆਂ ਦੇ ਕੋਲ ਖੜੇ ਹੋਏ ਨੇ। ਪ੍ਰਧਾਨ ਮੰਤਰੀ ਮੋਦੀ ਦੇ ਰੂਟ ਤੇ ਪ੍ਰਦਰਸ਼ਨ ਕਰਨ ਵਾਲੇ ਇੱਕ ਵਿਅਕਤੀ ਨੇ ਕਿਹਾ, ਅਸੀਂ ਪੁਲ ਜਾਮ ਕੀਤਾ ਹੋਇਆ ਸੀ, ਅਸੀਂ ਭਾਜਪਾ ਵਰਕਰਾਂ ਦੇ ਕਾਫਲੇ ਨੂੰ ਰੋਕ ਲਿਆ। ਇਸ ਤੋਂ ਬਾਅਦ ਜਿਉਂ ਹੀ ਸਾਨੂੰ ਇਹ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਬਠਿੰਡਾ ਰੋਡ ਤੋਂ ਮੋਗਾ ਹਾਈਵੇ ਦੇ ਉੱਤੇ ਇਸ ਰੂਟ ਤੇ ਆ ਰਹੇ ਨੇ ਤਾਂ ਅਸੀਂ ਤੁਰੰਤ ਨੇੜਲੇ ਪਿੰਡ ਪਿਆਰੇਆਣਾ ਦੇ ਸਪੀਕਰਾਂ ਦੇ ਵਿੱਚ ਆਵਾਜ਼ ਦਵਾਈ ਕਿ ਪ੍ਰਧਾਨ ਮੰਤਰੀ ਇੱਧਰੋਂ ਆ ਰਹੇ ਨੇ। ਇਸ ਤੋਂ ਇਲਾਵਾ ਸਭ ਨੂੰ ਮੈਸੇਜ ਭੇਜ ਕੇ ਵੀ ਸੱਦਿਆ ਗਿਆ, ਜਿਸ ਤੋਂ ਬਾਅਦ ਅਸੀਂ ਟਰਾਲੀ ਲਾ ਕੇ ਫਲਾਈਓਵਰ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਇੱਥੋਂ ਵਾਪਸ ਪਰਤਣਾ ਪਿਆ। ਪ੍ਰਧਾਨ ਮੰਤਰੀ ਦਾ ਰੂਟ ਬਿਨਾਂ ਕਿਸੇ ਅੜਿੱਕੇ ਵਾਲਾ ਹੁੰਦਾ, ਪਰ ਪੰਜਾਬ ਦੀ ਪੁਲਿਸ ਇਹਨੂੰ ਯਕੀਨੀ ਬਣਾਉਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਦਿਖਾ ਰਹੀ। ਇਹ ਹੁਣ ਦੋਸ਼ ਬੀਜੇਪੀ ਦੇ ਵੱਲੋਂ ਲਗਾਤਾਰ ਲਾਏ ਜਾ ਰਹੇ ਨੇ। ਫਿਰੋਜ਼ਪੁਰ ਜਾਂਦੇ ਸਮੇਂ ਪ੍ਰਧਾਨ ਮੰਤਰੀ ਦਾ ਕਾਫਲਾ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀ ਥਾਂ ਤੇ ਰੁਕਿਆ, ਪ੍ਰਦਰਸ਼ਨਕਾਰੀ ਉਸ ਤੋਂ 6 ਤੋਂ ਲੈ ਕੇ 8 ਕਿਲੋਮੀਟਰ ਅੱਗੇ ਬੈਠੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੂੰ ਜਿਉਂ ਹੀ ਪ੍ਰਧਾਨ ਮੰਤਰੀ ਦੇ ਰਸਤੇ ਵਿੱਚ ਹੀ ਰੁਕਣ ਦੀ ਜਾਣਕਾਰੀ ਮਿਲੀ, ਕੁਝ ਲੋਕ ਉੱਥੋਂ ਕਾਫਲੇ ਦੇ ਵੱਲ ਤੁਰ ਪਏ ਜਿਵੇਂ ਕਿ ਕਿਹਾ ਗਿਆ। ਹਾਲਾਤ ਨੂੰ ਭਾਂਪਦੇ ਹੋਏ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਨੇ ਵਾਪਸ ਮੁੜਨ ਦਾ ਫੈਸਲਾ ਲੈ ਲਿਆ, ਕਿਉਂਕਿ ਜੇ ਪ੍ਰਧਾਨ ਮੰਤਰੀ ਪ੍ਰਦਰਸ਼ਨਕਾਰੀਆਂ ਦੇ ਵਿੱਚ ਫਸ ਜਾਂਦੇ ਤਾਂ ਹਾਲਾਤ ਜ਼ਿਆਦਾ ਵਿਗੜ ਸਕਦੇ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ, ਕਰਨਾ ਵੀ ਚਾਹੀਦਾ। ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਉਸ ਦੇਸ਼ ਦੇ ਨਾਗਰਿਕਾਂ ਨੂੰ ਚਾਹੀਦਾ ਕਿ ਆਪਣੇ ਪ੍ਰਧਾਨ ਮੰਤਰੀ ਸਾਹਿਬ ਦਾ ਸਤਿਕਾਰ ਵੀ ਕੀਤਾ ਜਾਵੇ। ਪਰ ਇਹ ਗੱਲ ਬਿਲਕੁਲ ਹੁਣ ਕੱਢ ਦੇ ਉੱਤੇ ਲਿਖੀ ਹੋਈ ਪੜ੍ਹ ਲੈਣੀ ਚਾਹੀਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਨਵੀਂ ਪਾਰਟੀ ਬਣਾ ਕੇ ਬੀਜੇਪੀ ਦੇ ਨਾਲ ਆ, ਪਰ ਲੰਘੇ ਕੱਲ੍ਹ ਨੇ ਦੱਸ ਦਿੱਤਾ ਜੀ ਕਿ ਖਾਲੀ ਕੁਰਸੀਆਂ ਨੂੰ ਉਹ ਵੀ ਸੰਬੋਧਨ ਕਰਦੇ ਆ। ਕਿਉਂਕਿ ਹੁਣ ਤੱਕ ਤਾਂ ਇਕੱਠ-ਵੱਠ ਹੋ ਜਾਂਦਾ ਸੀ ਕਾਂਗਰਸ ਦੇ ਕਰਕੇ, ਉਹ ਮੁੱਖ ਮੰਤਰੀ ਸੀ, ਇਹਦੇ ਕਰਕੇ ਸਾਰਾ ਤਾਮਝਾਮ ਇਕੱਠਾ ਹੋਇਆ ਹੁੰਦਾ ਸੀ। ਪਰ ਹੁਣ ਸਾਰਾ ਕੁਝ ਆਪ ਕਰਨਾ ਸੀ ਤੇ ਉਹਦੇ ਵਿੱਚ ਉਹ ਅਸਫਲ ਸਾਬਤ ਹੋਏ ਆ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਜੀ ਕਿ ਮੈਨੂੰ ਕਰੋਨਾ ਹੋ ਗਿਆ, ਉਹ ਰਾਹ ਦੇ ਵਿੱਚੋਂ ਮੁੜ ਗਏ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਨੂੰ ਚਿਤਾਰਨੀਆਂ ਪੈਣਗੀਆਂ, ਸਵੈ ਪੜਚੋਲ ਕਰਨੀ ਪਊਗੀ ਵੀ ਅਸੀਂ ਕਿੱਥੇ ਜੇ ਖੜੇ ਹਾਂ। ਬੀਜੇਪੀ ਦੇ ਲਈ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੋ ਗਈ ਆ ਕਿ ਕਿਸਾਨਾਂ ਦੇ ਮਨਾਂ ਦੇ ਵਿੱਚੋਂ ਹਾਲੇ ਤੱਕ ਗੁੱਸਾ ਨਿਕਲਿਆ ਨਹੀਂ। 734 ਕਿਸਾਨ ਭੈਣਾਂ ਵੀਰ ਸ਼ਹੀਦ ਹੋਏ ਆ, ਉਹਨਾਂ ਦੇ ਜਾਣ ਦਾ ਗਮ ਸਭ ਦੇ ਅੰਦਰਾਂ ਦੇ ਵਿੱਚ ਹਾਲੇ ਵੀ ਸਾਂਭਿਆ ਪਿਆ, ਸਭ ਦੇ ਦਿਲ ਦੇ ਵਿੱਚ ਹਾਲੇ ਵੀ ਜਮ੍ਹਾਂ ਹੈਗਾ। ਸੋ ਇਹਨਾਂ ਗੱਲਾਂ ਨੂੰ ਕੌਣ ਕਿਵੇਂ ਭੁੱਲੂਗਾ। ਪ੍ਰਧਾਨ ਮੰਤਰੀ ਮੋਦੀ ਦੇ ਮਨ ਦੇ ਵਿੱਚ ਗੁੱਸਾ ਹੋਊਗਾ, ਹਰਖ ਹੋਊਗਾ, ਇਹਨੂੰ ਅਸੀਂ ਸਮਝ ਸਕਦੇ ਹਾਂ। ਪਰ ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਨੇ ਹੁਣ ਤੱਕ ਖਤਾ ਬਹੁਤ ਖਾਧੀ ਆ, ਪੰਜਾਬ ਦੇ ਲੋਕਾਂ ਨੂੰ ਝਟਕੇ ਬਹੁਤ ਲੱਗੇ ਆ। ਸੋ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਸੀ। ਕੁਝ ਕੁ ਲੋਕਾਂ ਦਾ ਇਹ ਕਹਿਣਾ ਵੀ ਆਉਣ ਦੀ ਆਗਿਆ ਮਿਲਣੀ ਚਾਹੀਦੀ ਸੀ। ਉਹ ਜੇਕਰ ਵੱਡੇ ਪ੍ਰੋਜੈਕਟਾਂ ਦਾ ਐਲਾਨ ਕਰ ਜਾਂਦੇ, ਵੋਟਾਂ ਪਾਉਣੀਆਂ ਕਿਹਨੂੰ ਨਹੀਂ ਪਾਉਣੀਆਂ ਬਾਅਦ ਦੀ ਗੱਲ ਸੀ, ਪਰ ਆਉਣ ਦੀ ਆਗਿਆ ਮਿਲ ਜਾਣੀ ਚਾਹੀਦੀ ਸੀ। ਇਹ ਗੱਲ ਸੁਨੀਲ ਜਾਖੜ ਹੋਰਾਂ ਨੇ ਵੀ ਕਹੀ ਹੈ। ਉਹ ਕਹੇ ਜੀ ਕਿ ਪ੍ਰਧਾਨ ਮੰਤਰੀ ਦੇ ਰਾਹ ਦੇ ਵਿੱਚ ਅੜਿੱਕਾ ਨਹੀਂ ਸੀ ਪੈਦਾ ਕਰਨਾ ਚਾਹੀਦਾ, ਉਹ ਰੈਲੀ ਤੱਕ ਪਹੁੰਚਣੇ ਚਾਹੀਦੇ ਸੀ, ਆਪਣੀ ਗੱਲ ਕਹਿ ਕੇ ਜਾਂਦੇ। ਗੱਲ ਮੰਨਣੀ ਨਾ ਮੰਨਣੀ ਸਾਡੀ ਮਰਜ਼ੀ ਹੈ, ਪਰ ਉਹਨਾਂ ਨੂੰ ਇਸ ਤਰੀਕੇ ਨਾਲ ਰੋਕਣਾ ਨਹੀਂ ਸੀ ਚਾਹੀਦਾ। ਸੋ ਕੀ ਭਾਰਤ ਦੇ ਪ੍ਰਧਾਨ ਮੰਤਰੀ ਆਉਂਦੇ ਸਮੇਂ ਦੇ ਵਿੱਚ ਜਲਦੀ ਆਉਣਗੇ ਪੰਜਾਬ ਦੇ ਵਿੱਚ? ਕੀ ਪੰਜਾਬ ਦੇ ਵਿੱਚ ਬੀਜੇਪੀ ਦੇ ਹੁਣ ਪੈਰ ਲੱਗ ਸਕਣਗੇ?
ਕੀ ਪੰਜਾਬ ਦੇ ਵਿੱਚ ਬੀਜੇਪੀ ਆ ਜਿਹੜੀ ਉਹ ਕਿਸਾਨਾਂ ਦੇ, ਆਮ ਲੋਕਾਂ ਦੇ, ਦਿਹਾਤੀ ਖੇਤਰ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਗੁੱਸਾ ਖਤਮ ਕਰ ਸਕੂਗੀ? ਕੀ ਪੰਜਾਬ ਦੇ ਵਿੱਚ ਬੀਜੇਪੀ ਬਾਕੀ ਪਾਰਟੀਆਂ ਨੂੰ ਟੱਕਰ ਦੇਣ ਦੇ ਸਮਰੱਥ ਹੋਊਗੀ? ਕੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦਾ ਸਹਾਰਾ ਬੀਜੇਪੀ ਨੂੰ ਥੋੜ੍ਹਾ ਬਹੁਤਾ ਅੱਗੇ ਲਿਜਾ ਸਕੂਗਾ? ਇਹ ਬਹੁਤ ਵੱਡੇ ਸਵਾਲ ਆ ਜਿਹੜੇ ਕਿ ਵਕਤ ਦੇ ਗਰਭ ਦੇ ਵਿੱਚ ਲੁਕੇ ਹੋਏ ਆ, ਪਰ ਇੱਦਾਂ ਕਦੇ ਹੋਇਆ ਨਹੀਂ ਸੀ ਜਿਵੇਂ ਕਿ ਪੰਜਾਬ ਦੇ ਵਿੱਚ ਹੋ ਗਿਆ। ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਆਪਣੀ ਏਕਤਾ ਦਿਖਾਈ ਆ। ਪ੍ਰਧਾਨ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਚੰਗਾ ਨਹੀਂ ਹੋਇਆ। ਅਮਿਤ ਸ਼ਾਹ ਨੇ ਗੱਲ ਕਹੀ ਆ ਸੁਰੱਖਿਆ ਦੇ ਵਿੱਚ ਜੋ ਸੰਨ ਲਾਈ ਗਈ ਹੈ ਇਹਦੀ ਬਹੁਤ ਵੱਡੇ ਪੱਧਰ 'ਤੇ ਪੜਤਾਲ ਹੋਣੀ ਚਾਹੀਦੀ ਹੈ। ਚੰਨੀ ਹੋਰੀ ਇਹ ਗੱਲ ਕਹਿੰਦੇ ਜੀ ਕਿ ਸਾਰਾ ਡਰਾਮਾ ਕੀਤਾ ਜਾ ਰਿਹਾ, ਰਾਜਨੀਤੀ ਕੀਤੀ ਜਾ ਰਹੀ ਹੈ। ਸੱਚਾ ਕੌਣ ਆ ਝੂਠਾ ਕੌਣ ਆ ਕੁਝ ਕਹਿ ਨਹੀਂ ਸਕਦੇ, ਪਰ ਜੋ ਆਮ ਲੋਕਾਂ ਨੂੰ ਅੱਖਾਂ ਦੇ ਸਾਹਮਣੇ ਦਿਸਦਾ ਲੋਕਾਂ ਨੇ ਉਹਦੇ ਮੁਤਾਬਕ ਆਪਣੀ ਧਾਰਨਾ ਬਣਾਉਣੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੰਘੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਹੈ। ਇਹਦੇ ਵਿੱਚ ਉਹਨਾਂ ਨੇ ਗੱਲਾਂ ਕਈ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਸੜਕੀ ਰਸਤੇ ਰਾਹੀਂ ਤੁਰ ਪੈਣਾ। ਸਾਡੇ ਨਾਲ ਤਾਂ ਜਿਹੜੀ ਗੱਲ ਹੋਈ ਸੀ, ਜੋ ਸਾਨੂੰ ਜਾਣਕਾਰੀ ਮਿਲੀ ਸੀ, ਉਹਨਾਂ ਨੇ ਹੈਲੀਕਾਪਟਰ ਦੇ ਰਾਹੀਂ ਆਉਣਾ ਸੀ। ਜੇਕਰ ਉਹਨਾਂ ਦਾ ਕੋਈ ਇੱਦਾਂ ਦਾ ਪ੍ਰੋਗਰਾਮ ਸੀ ਤਾਂ ਸਾਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ, ਅਸੀਂ ਸੜਕਾਂ ਦੇ ਉੱਤੇ ਪੁਖਤਾ ਪ੍ਰਬੰਧ ਕਰਦੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਸੜਕਾਂ ਵਿਹਲੀਆਂ ਕਰਨ ਦੇ ਬਾਬਤ ਕਹਿਤਾ ਸੀ। ਇਹ ਜਾਣਬੁੱਝ ਕੇ ਸਿਆਸਤ ਕੀਤੀ ਜਾ ਰਹੀ ਹੈ, ਇੱਦਾਂ ਕਰਨਾ ਨਹੀਂ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਕਿਵੇਂ ਸੰਭਵ ਹੋ ਸਕਦਾ ਵੀ ਭਾਈ ਸਾਨੂੰ ਦੱਸਿਆ ਹੋਵੇ ਜੀ ਕਿ ਅਸੀਂ ਕਿਹੜੇ ਰਸਤੇ ਰਾਹੀਂ ਆਉਣਾ ਤੇ ਅਸੀਂ ਉੱਥੇ ਸਹੀ ਤਰੀਕੇ ਨਾਲ ਸਵਾਗਤ ਨਾ ਕਰੀਏ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਆਪ ਬਠਿੰਡੇ ਪਹੁੰਚਣਾ ਸੀ ਸਵਾਗਤ ਕਰਨ ਦੇ ਲਈ, ਜਾਂ ਮੈਂ ਫਿਰੋਜ਼ਪੁਰ ਪਹੁੰਚ ਜਾਂਦਾ, ਪਰ ਮੇਰੇ ਨਾਲ ਦੇ ਕੁਝ ਅਧਿਕਾਰੀ ਆ ਜਿਹੜੇ ਕਰੋਨਾ ਪੀੜਤ ਹੋ ਗਏ ਆ ਤੇ ਮੈਂ ਬਚਾਅ ਦੇ ਵਿੱਚ ਬਚਾਅ ਵਾਲੀ ਗੱਲ ਠੀਕ ਸਮਝੀ ਆ, ਇਸ ਕਰਕੇ ਮੈਂ ਨਹੀਂ ਗਿਆ। ਇਸੇ ਕਰਕੇ ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਸਾਹਿਬ ਦਾ ਸਵਾਗਤ ਕੀਤਾ। ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਵੀ ਅਸੀਂ ਸ਼ਿਸ਼ਟਾਚਾਰ ਦੇ ਵਿੱਚ ਯਕੀਨ ਰੱਖਦੇ ਹਾਂ ਤੇ ਪੰਜਾਬ ਦੇ ਲੋਕ ਸਭ ਨੂੰ ਜੀ ਆਇਆਂ ਨੂੰ ਆਖਦੇ ਆ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹੁਣ ਕਹਿੰਦੇ ਵੀ ਭਾਈ ਤੁਹਾਡੀ ਸਿਕਿਉਰਿਟੀ ਨਹੀਂ ਠੀਕ ਸੀ, ਤੁਹਾਡੀ ਪੁਲਿਸ ਦੀ ਚੌਕਸੀ ਨਹੀਂ ਸੀ, ਤੁਸੀਂ ਕੁਝ ਵੀ ਸਹੀ ਨਹੀਂ ਕੀਤਾ। ਹੁਣ ਜਿਹੜੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਲੋਕ ਆ, ਮੈਂ ਇਹਨਾਂ ਦੇ ਗੋਲੀਆਂ ਕਿਵੇਂ ਮਰਵਾ ਦਿਆਂ, ਮੈਂ ਇਹਨਾਂ ਦੇ ਉੱਤੇ ਡਾਂਗਾਂ ਕਿਵੇਂ ਭਰਾ ਦਿਆਂ। ਕਹਿਣ ਦਾ ਭਾਵ ਉਹਨਾਂ ਨੇ ਆਪਣਾ ਤਰਕ, ਉਹਨਾਂ ਨੇ ਆਪਣੇ ਵਿਚਾਰ, ਉਹਨਾਂ ਨੇ ਆਪਣੇ ਜਜ਼ਬਾਤ ਪੇਸ਼ ਕੀਤੇ ਆ ਤੇ ਅਸੀਂ ਇਹਨਾਂ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਕਿਉਂਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੇ ਉੱਤੇ ਤਾਂ ਕੋਈ ਕਹਿਰ ਹੋਣਾ ਨਹੀਂ ਚਾਹੀਦਾ। ਮਗਰਲੀ ਸਰਕਾਰ ਦੇ ਮੌਕੇ ਬਹਿਬਲ ਕਲਾਂ ਗੋਲੀਕਾਂਡ ਜਦੋਂ ਵਾਪਰਿਆ ਉਦੋਂ ਵੀ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀਗੇ ਪਿਆਰੇ, ਤੇ ਉਹਨਾਂ ਦੇ ਉੱਤੇ ਗੋਲੀਆਂ ਭਰਾਈਆਂ ਗਈਆਂ ਸੀ। ਅੱਜ ਤੱਕ ਉਹ ਗੱਲਾਂ ਨਾਲੋਂ ਨਹੀਂ ਲੱਥੀਆਂ ਤੇ ਲੈਣੀਆਂ ਵੀ ਨਹੀਂ। ਤੇ ਜੇਕਰ ਹੁਣ ਆਹ ਕੁਝ ਕੀਤਾ ਜਾਊਗਾ ਕਿਤੇ, ਤੇ ਫਿਰ ਚੰਨੀ ਸਰਕਾਰ ਦੇ ਨਾਲੋਂ ਕਿਹੜਾ ਉਹ ਗੱਲ ਲੈ ਜਾਣੀ ਆ। ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹੋ ਜਿਹਾ ਕੁਝ ਕਰਦੇ ਨਹੀਂ, ਕਿਉਂਕਿ ਗਲਤੀ ਕੀਤੀ ਕੋਈ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦੇ ਮਾਮਲੇ ਦੇ ਉੱਤੇ ਸੀਐਮ ਚੰਨੀ ਨੇ ਕਿਹਾ ਕਿ ਪੀਐਮ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ, ਉਹਨਾਂ ਦੀ ਸੁਰੱਖਿਆ ਦੇ ਵਿੱਚ ਵੀ ਕੋਈ ਗਲਤੀ ਨਹੀਂ ਹੋਈ, ਇਸ ਲਈ ਕਿਸੇ ਅਫਸਰ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਦੇ ਉੱਤੇ ਮੈਂ ਡਾਂਗਾਂ ਕਿਵੇਂ ਭਰਾ ਸਕਦਾ, ਗੋਲੀਆਂ ਨਹੀਂ ਚਲਵਾ ਸਕਦਾ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਾਰਾ ਪ੍ਰੋਗਰਾਮ ਹਵਾਈ ਮਾਰਗ ਦੇ ਰਾਹੀਂ ਸੀ, ਪਰ ਅਚਾਨਕ ਉਹਨਾਂ ਦੀਆਂ ਸੁਰੱਖਿਆ ਏਜੰਸੀਆਂ ਨੇ ਇਹਨੂੰ ਸੜਕ ਮਾਰਗ ਤੋਂ ਕਰ ਦਿੱਤਾ। ਰਾਹ ਦੇ ਵਿੱਚ ਕੁਝ ਪ੍ਰਦਰਸ਼ਨਕਾਰੀ ਆ ਗਏ ਤਾਂ ਉਹਨਾਂ ਨੇ ਟਰੈਕਟਰ ਟਰਾਲੀਆਂ ਲਾ ਕੇ ਰੋਡ ਜਾਮ ਕਰ ਦਿੱਤੇ। ਇਸ ਦੇ ਬਾਵਜੂਦ ਜੇਕਰ ਉਹਨਾਂ ਨੂੰ ਇਹ ਲੱਗਦਾ ਕਿ ਸੁਰੱਖਿਆ ਦੇ ਵਿੱਚ ਕੋਈ ਗਲਤੀ ਹੋਈ ਹੈ ਤਾਂ ਅਸੀਂ ਇਹਦੀ ਪੜਤਾਲ ਕਰਵਾ ਲਵਾਂਗੇ। ਫਿਲਹਾਲ ਕਿਸੇ ਕਾਰਵਾਈ ਦੇ ਨਾਲ ਅਸੀਂ ਗੱਲ ਨਹੀਂ ਜੋੜਦੇ। ਇੱਥੇ ਵੀ ਦੱਸਣਾ ਬਣਦਾ ਕਿ 20 ਮਿੰਟ ਤੱਕ ਮੋਦੀ ਹਾਈਵੇ ਦੇ ਉੱਤੇ ਫਸੇ ਰਹੇ ਤੇ ਇੱਥੋਂ ਪਾਕਿਸਤਾਨ ਦਾ ਬਾਰਡਰ 30 ਤੋਂ ਲੈ ਕੇ 40 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਮੁੱਦੇ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਆਪਣੀ ਹੀ ਸੂਬੇ ਦੇ ਵਿੱਚ ਸਰਕਾਰ ਨੂੰ ਘੇਰ ਰਹੇ ਨੇ। ਬੀਜੇਪੀ ਦੇ ਵੱਖ-ਵੱਖ ਨੇਤਾ ਇਹ ਗੱਲ ਕਹਿ ਰਹੇ ਨੇ ਕਿ ਚੰਨੀ ਸਰਕਾਰ ਫੇਲ ਸਾਬਤ ਹੋਈ ਹੈ, ਇਸੇ ਕਰਕੇ ਉਹ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਇਹੋ ਜਿਹੀ ਸਾਰੀ ਪਖੰਡਬਾਜ਼ੀ ਕਰ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਜੋ ਦੋਸ਼ ਕਦੋਸ਼ ਦਾ ਸਿਲਸਿਲਾ ਜਾਰੀ ਹੈ ਇਹਦਾ ਕੋਈ ਅੰਤ ਨਹੀਂ ਗਾ। ਇਹ ਕਈ ਹਫ਼ਤੇ ਇਸੇ ਤਰੀਕੇ ਦੀ ਜੰਗ ਚੱਲੀ ਜਾਣੀ ਹੈ। ਬੀਜੇਪੀ ਦੇ ਆਗੂਆਂ ਨੇ ਗੱਲ ਕਹਿਣਾ ਵੀ ਚੰਨੀ ਸਰਕਾਰ ਸਿਫਰ ਹੈ, ਤੇ ਚੰਨੀ ਸਰਕਾਰ ਨੇ ਇਹ ਗੱਲ ਕਹਿਣੀ ਹੈ ਕਿ ਸਾਜ਼ਿਸ਼ ਕਰਨੀ ਬੰਦ ਕਰੋ, ਬਦਨਾਮ ਕਰਨਾ ਬੰਦ ਕਰੋ, ਸਿਆਸਤ ਕਰਨੀ ਬੰਦ ਕਰੋ। ਉਧਰੋਂ ਵਿੱਚ ਵਿਚਾਲੇ ਕੋਈ ਨਾ ਕੋਈ ਹੋਰ ਆ ਕੇ ਵੀ ਇਹ ਗੱਲ ਕਹੂਗਾ ਵੀ ਸਭ ਕੁਝ ਠੀਕ ਨਹੀਂ ਹੋਇਆ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਜੋ ਕੁਝ ਇਸ ਵਕਤ ਆਖਿਆ ਜਾ ਰਿਹਾ ਉਹਦਾ ਅੰਤ ਕੀ ਹੋਊਗਾ। ਲਗਾਤਾਰ ਇਹੋ ਲੱਗਦਾ ਜੀ ਕਿ ਇਸ ਮੁੱਦੇ ਦੇ ਉੱਤੇ ਰਾਜਨੀਤੀ ਸਿਖਰ ਦੇ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੋ ਕੁਝ ਹੋਇਆ ਇਸ ਤੋਂ ਬਾਅਦ ਦੋ ਗੱਲਾਂ ਦੇ ਵਿੱਚੋਂ ਇੱਕ ਗੱਲ ਜ਼ਰੂਰ ਹੋਣੀ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਫਿਰੋਜ਼ਪੁਰ ਦੇ ਵਿੱਚ ਇਕੱਠ ਵੱਠ ਵੇਖ ਕੇ ਇਹ ਗੱਲ ਤੈਅ ਕਰਨੀ ਸੀ ਵੀ ਸਭ ਕੁਝ ਠੀਕ ਹੈ, ਪੰਜਾਬ ਦੇ ਲੋਕ ਸਾਰੀ ਗੱਲ ਨੂੰ ਭੁੱਲ ਚੁੱਕੇ ਆ, ਲੋਕ ਸਾਡੇ ਨਾਲ ਜੁੜੇ ਆ
ਤੇ ਬੱਲੇ ਬੱਲੇ ਹੋਈ ਪਈ ਹੈ ਤੇ ਖਿੱਚ ਦਿਓ ਮੀਟਰ ਹੁਣ। ਪਰ ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਭਾਈ ਲੋਕ ਗੁੱਸੇ ਆ, ਲੋਕ ਨਾਲ ਨਹੀਂ ਤੁਰੇ ਤੇ ਹਾਲੇ ਅਸੀਂ ਕਮਜ਼ੋਰ ਆ। ਮੈਨੂੰ ਜ਼ਾਤੀ ਤੌਰ ਦੇ ਉੱਤੇ ਇਹ ਲੱਗਦਾ ਵੀ ਪੰਜਾਬ ਦੀਆਂ ਚੋਣਾਂ ਅਗਲੇ ਪੜਾਅ ਦੇ ਵਿੱਚ ਪੈ ਜਾਣਗੀਆਂ। ਆਸ ਆ ਇਸ ਗੱਲ ਦੀ ਅੱਜ ਯਾਨੀ ਕਿ ਵੀਰਵਾਰ ਨੂੰ ਚੋਣ ਕਮਿਸ਼ਨ ਦੇ ਵੱਲੋਂ ਸ਼ਾਇਦ ਤੈਅ ਕਰ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚ 3 ਪੜਾਵਾਂ ਦੇ ਵਿੱਚ ਜਾਂ 6 ਤੋਂ ਲੈ ਕੇ 8 ਪੜਾਵਾਂ ਦੇ ਵਿੱਚ ਯੂਪੀ ਦੇ ਵਿੱਚ ਚੋਣਾਂ ਹੋਣਗੀਆਂ। ਹੋ ਸਕਦਾ ਗੋਆ ਦੇ ਵਿੱਚ ਇੱਕੋ ਪੜਾਅ ਦੇ ਵਿੱਚ ਹੋਣ, ਹੋ ਸਕਦਾ ਕਿ ਮਣੀਪੁਰ ਦੇ ਵਿੱਚ 2 ਪੜਾਵਾਂ ਦੇ ਵਿੱਚ ਵੋਟਾਂ ਪੈਣ ਤੇ ਆਸ ਕਰਨੀ ਬਣਦੀ ਹੈ ਕਿ ਦੂਜੇ ਜਾਂ ਤੀਜੇ ਪੜਾਅ ਦੇ ਵਿੱਚ ਪੰਜਾਬ 'ਚ ਵੋਟਾਂ ਪੈਣਗੀਆਂ। ਇਹਨੇ ਦੇ ਵਿੱਚ ਬੀਜੇਪੀ ਨੂੰ ਪੈਰਾ ਸਿਰ ਹੋਣ ਦਾ ਸ਼ਾਇਦ ਮੌਕਾ ਵੀ ਮਿਲ ਜੇ ਤੇ ਜਾਂ ਫਿਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ, ਕਿਉਂਕਿ ਜਿਸ ਤਰੀਕੇ ਦੀਆਂ ਕਨਸੂਆਂ ਪ੍ਰਾਪਤ ਹੋ ਰਹੀਆਂ ਉਹ ਇਹੀ ਕੁਝ ਬਿਆਨ ਕਰ ਰਹੀਆਂ। ਕੀ ਹੋਊਗਾ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਤੌਖਲੇ ਆ, ਪਰ ਸਭ ਕੁਝ ਚੰਗਾ ਹੋਵੇ ਇਹਦੀ ਅਸੀਂ ਅਰਦਾਸ ਕਰਦੇ ਹਾਂ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪੰਜਾਬ ਨੇ ਬਹੁਤ ਸਾਰਾ ਸੰਤਾਪ ਹੰਢਾਇਆ। ਕੈਪਟਨ ਸਾਹਿਬ ਨੇ ਤਾਂ 2 ਗੱਲਾਂ ਕਹਿਤੀਆਂ, ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਣਾ ਚਾਹੀਦਾ। ਅੱਜ ਤੱਕ ਜਦੋਂ ਵੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਿਆ, ਪੰਜਾਬ ਦੇ ਲੋਕਾਂ ਨੂੰ ਕੀ ਸੰਤਾਪ ਹੰਡਾਉਣਾ ਪਿਆ। ਕਦੇ ਕੈਪਟਨ ਸਾਹਿਬ ਆਪਦੀ ਕਿਤਾਬ ਦੇ ਵਿੱਚ ਇਸ ਗੱਲ ਦਾ ਵੇਰਵਾ ਵੀ ਦਰਜ ਕਰਨ, ਫਿਰ ਪਤਾ ਲੱਗੂ। ਭਾਰਤ ਦੇ ਪ੍ਰਧਾਨ ਮੰਤਰੀ ਦੀ ਫਲੋਪ ਹੋਈ ਰੈਲੀ ਦੇ ਮੁਤਲਕ ਬੀਜੇਪੀ ਦੇ ਵੱਖ-ਵੱਖ ਨੇਤਾਵਾਂ ਦੇ ਵੱਲੋਂ ਬਹੁਤ ਕੁਝ ਕਿਹਾ ਜਾ ਰਿਹਾ। ਸਿਮਰਤੀ ਇਰਾਨੀ ਵੱਲੋਂ, JP ਨੱਡਾ ਹੋਰਾਂ ਦੇ ਵੱਲੋਂ, ਅਮਿਤ ਸ਼ਾਹ ਦੇ ਵੱਲੋਂ, ਬਾਕੀ ਅਸ਼ਵਨੀ ਸ਼ਰਮਾ ਤੋਂ ਲੈ ਕੇ ਹੋਰ ਸਾਰੇ ਨੇਤਾਵਾਂ ਦੇ ਵੱਲੋਂ ਬੜੀਆਂ ਗੱਲਾਂ ਕਹੀਆਂ ਜਾ ਰਹੀਆਂ ਕਿ ਭਾਈ ਇਹ ਜੋ ਕੁਝ ਕੀਤਾ ਗਿਆ ਬਿਲਕੁਲ ਗਲਤ ਹੋਇਆ। ਤੇ ਕਾਂਗਰਸ ਦੇ ਕੁਝ ਨੇਤਾ ਇਹ ਵੀ ਗੱਲ ਕਹਿੰਦੇ ਵੀ ਜੇਕਰ ਵਿਰੋਧ ਨਾ ਹੁੰਦਾ ਤਾਂ ਵੀ ਮਾੜੀ ਗੱਲ ਨਹੀਂ ਸੀ। ਕੁਝ ਲੋਕਾਂ ਦਾ ਇਹ ਕਹਿਣਾ ਜੀ ਕਿ 42,000 ਕਰੋੜ ਰੁਪਏ ਦੇ ਪ੍ਰੋਜੈਕਟ ਪ੍ਰਧਾਨ ਮੰਤਰੀ ਨੇ ਐਲਾਨ ਕੇ ਜਾਣੇ ਸੀ। ਪਤਾ ਤਾਂ ਲੱਗ ਜਾਂਦਾ ਵੀ ਭਾਈ ਕੀ ਐਲਾਨਦੇ ਆ। ਇਹ ਕਿਹੜਾ ਕੱਲ ਰੈਲੀ ਦੇ ਵਿੱਚ ਵੋਟਾਂ ਪੈਣੀਆਂ ਸੀ, ਵੋਟਾਂ ਤਾਂ ਪੈਣੀਆਂ ਅਗਲੇ ਮਹੀਨੇ ਜੇ ਸਾਰਾ ਕੁਝ ਠੀਕ ਰਿਹਾ ਤਾਂ। ਵੋਟ ਕਿਹਨੂੰ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਹੈ ਬਾਅਦ ਦੇ ਵਿੱਚ ਵਿਚਾਰ ਲੈਂਦੇ। ਪਰ ਜੋ ਹੁਣ ਪ੍ਰਧਾਨ ਮੰਤਰੀ ਵਾਪਸ ਮੁੜ ਗਏ ਆ ਤੇ ਰੈਲੀ ਦੇ ਵਿੱਚ ਆਇਆ ਕੋਈ ਨਹੀਂ, ਤੇ ਇਸ ਤੋਂ ਬਾਅਦ ਹੋ ਸਕਦਾ ਉਹ ਪ੍ਰੋਜੈਕਟ ਨਾ ਐਲਾਨਣ, ਹੋ ਸਕਦਾ ਪੰਜਾਬ ਨੂੰ ਇਕੱਲਾ ਕਹਿਰਾ ਜਾਂ ਛੱਡ ਦੇਣ। ਆਰਥਿਕ ਤੌਰ ਦੇ ਉੱਤੇ ਪੰਜਾਬ ਟੁੱਟ ਨਾ ਜਾਵੇ। ਕੁਝ ਕੁ ਲੋਕ ਇਹ ਵੀ ਗੱਲ ਕਹਿੰਦੇ ਆ, ਪਰ ਬਾਕੀ ਲੋਕ ਇਹ ਵੀ ਕਹਿੰਦੇ ਉੱਤਰ ਦੇ ਰੂਪ ਦੇ ਵਿੱਚ ਵੀ ਅੱਗੇ ਕਿਹੜਾ ਪੰਜਾਬ ਨੂੰ ਗੱਫੇ ਤੇ ਗੱਫੇ ਦੇਈ ਜਾਂਦੇ ਆ, ਅੱਗੇ ਵੀ ਧੱਫੇ ਹੀ ਆ। ਸੋ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਬੀਜੇਪੀ ਦੇ ਕਿਹੜੇ ਨੇਤਾ ਨੇ ਕੀ ਕੁਝ ਕਿਹਾ ਲੰਘੇ ਕੱਲ੍ਹ ਦੇ ਵਿੱਚ ਹੋਏ ਘਟਨਾਕ੍ਰਮ ਦੇ ਬਾਰੇ, ਤੇ ਫਿਰ ਕਰਾਂਗੇ ਟਿੱਪਣੀ। ਬੀਜੇਪੀ ਦੀ ਆਗੂ ਸਿਮਰਤੀ ਇਰਾਨੀ ਨੇ 3 ਸਵਾਲ ਕੀਤੇ ਨੇ ਕਾਂਗਰਸ ਨੂੰ। ਪਹਿਲਾ ਸਵਾਲ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਪ੍ਰਬੰਧ ਤੇ ਰਾਹ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅੜਿੱਕਾ ਨਹੀਂ ਹੈ। ਇਹ ਭਰੋਸਾ ਪੰਜਾਬ ਦੀ ਪੁਲਿਸ ਨੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਨੂੰ ਦਿੱਤਾ ਕਿ ਇਹ ਜਾਣਬੁੱਝ ਕੇ ਝੂਠ ਬੋਲਿਆ ਗਿਆ ਸੀ। ਦੂਜਾ ਸਵਾਲ ਉਹਨਾਂ ਨੇ ਕੀਤਾ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦਾ ਮੂਵ ਕਿਸ ਤਰੀਕੇ ਦੇ ਨਾਲ ਤੇ ਕਿਹੜੇ ਪਾਸੇ ਨੂੰ ਹੋ ਰਿਹਾ, ਇਹ ਜ਼ਾਹਰ ਨਹੀਂ ਕੀਤਾ ਜਾਂਦਾ। ਪ੍ਰਧਾਨ ਮੰਤਰੀ ਦੇ ਪੂਰੇ ਕਾਫਲੇ ਨੂੰ ਰੋਕਣ ਦਾ ਯਤਨ ਹੋਇਆ, 20 ਮਿੰਟ ਤੱਕ ਕਾਫਲਾ ਰੁਕਿਆ। ਇਹ ਸਭ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਦੀ ਗੱਡੀ ਦੇ ਨੇੜੇ ਤੱਕ ਕਿਸ ਨੇ ਤੇ ਕਿਵੇਂ ਪਹੁੰਚਣ ਦਿੱਤਾ? ਕਿਹਨੇ ਇਸ ਦੌਰਾਨ ਲੋਕਾਂ ਨੂੰ ਜਾਣਕਾਰੀ ਦੇ ਕੇ ਫਲਾਈਓਵਰ ਤੇ ਭੇਜਿਆ? ਤੀਜਾ ਸਵਾਲ ਸਿਮਰਤੀ ਇਰਾਨੀ ਨੇ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਨ ਜ਼ੋਖਮ ਦੇ ਵਿੱਚ ਪੈ ਗਈ। ਉਹਨਾਂ ਦੀ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਸੀ। ਇਸ ਦੇ ਬਾਵਜੂਦ ਕਾਂਗਰਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਸੁਰੱਖਿਅਤ ਹੋਣ ਦੇ ਉੱਤੇ ਜਸ਼ਨ ਕਿਹੜੀ ਗੱਲੋਂ ਮਨਾ ਰਹੀ ਹੈ? ਸਿਮਰਤੀ ਇਰਾਨੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਅੱਜ ਪੰਜਾਬ ਦੀ ਧਰਤੀ ਤੇ ਕਾਂਗਰਸ ਦੇ ਖੂਨੀ ਇਰਾਦੇ ਨਾਕਾਮ ਰਹੇ ਨੇ। ਜਿਹੜੇ ਲੋਕ ਕਾਂਗਰਸ ਦੇ ਵਿੱਚ ਮੋਦੀ ਨੂੰ ਨਫ਼ਰਤ ਕਰਦੇ ਨੇ, ਉਹ ਲੋਕ ਅੱਜ ਦੇਸ਼ ਦੇ PM ਦੀ ਸਿਕਿਉਰਿਟੀ ਕਿਸ ਤਰੀਕੇ ਨਾਲ ਭੰਗ ਕੀਤੀ ਜਾਵੇ ਇਹਦੇ ਯਤਨ ਦੇ ਵਿੱਚ ਲੱਗੇ ਹੋਏ ਨੇ। ਅਸੀਂ ਵਾਰ-ਵਾਰ ਕਿਹਾ ਕਿ ਕਾਂਗਰਸ ਨੂੰ ਨਫ਼ਰਤ ਮੋਦੀ ਤੋਂ ਹੈ ਤਾਂ ਹਿਸਾਬ ਹਿੰਦੁਸਤਾਨ ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੋਂ ਕਿਉਂ ਲਿਆ ਜਾ ਰਿਹਾ? ਮੁੜਦੇ ਸਮੇਂ ਪ੍ਰਧਾਨ ਮੰਤਰੀ ਨੇ ਚੰਨੀ ਜੀ ਵਾਸਤੇ ਸੰਦੇਸ਼ ਦਿੱਤਾ, ਜਿਹਨੂੰ ਮੀਡੀਆ ਨੇ ਰਿਪੋਰਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਅੱਜ ਜ਼ਿੰਦਾ ਪਰਤ ਰਿਹਾ ਹਾਂ। ਮੈਂ ਅੱਜ ਕਾਂਗਰਸ ਪਾਰਟੀ ਨੂੰ ਕਹਿ ਰਹੀ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਜਨਤਾ ਦੇ ਆਸ਼ੀਰਵਾਦ ਨਾਲ। ਜੇਕਰ ਉਹਨਾਂ ਨੂੰ ਤੁਸੀਂ ਖਤਮ ਕਰਨਾ ਤਾਂ ਇਲੈਕਸ਼ਨ ਦੇ ਵਿੱਚ ਹਰਾ ਕੇ ਦਿਖਾਓ, ਜੇਕਰ ਪਿੱਠ ਲਵਾਉਣੀ ਤਾਂ ਇਲੈਕਸ਼ਨ ਦੇ ਵਿੱਚ ਹਰਾਓ। ਉਹਨਾਂ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਲੋਕਾਂ ਦੇ ਆਸ਼ੀਰਵਾਦ ਨਾਲ ਬਣੇ ਨੇ। ਪੰਜਾਬ ਦੇ ਲੋਕਾਂ ਦੇ 42,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਦਿੱਤੇ ਜਾਣੇ ਸਨ। ਇਹ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਦਾ ਵਿਕਾਸ ਕੌਣ ਰੋਕਣਾ ਚਾਹੁੰਦਾ? ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਮੁੱਦਾ ਬਹੁਤ ਵੱਡਾ ਬਣ ਗਿਆ ਤੇ ਛੋਟਾ ਇਹ ਹੋਣਾ ਨਹੀਂ ਛੇਤੀ ਕਿਤੇ। ਗੱਲ ਬਹੁਤ ਉੱਤੇ ਤੱਕ ਗਈ ਹੈ ਤੇ ਇਹਨੇ ਛੇਤੀ ਕਿਤੇ ਮੱਠੀ ਨਹੀਂ ਪੈਣਾ, ਤੇ ਆਉਂਦੇ ਦਿਨਾਂ ਦੇ ਵਿੱਚ ਇਹਦੇ ਦੂਰ ਰੱਸੀ ਨਤੀਜੇ ਕੀ ਨਿਕਲਣਗੇ ਇਹਦੇ ਬਾਬਤ ਹੁਣ ਕੁਝ ਕਹਿ ਨਹੀਂ ਸਕਦੇ। ਪਰ ਇਹ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਬੀਜੇਪੀ ਦੇ ਆਗੂ ਹਰਖ ਦੇ ਵਿੱਚ ਹੈ। ਪਰ ਮੈਂ ਫਿਰ ਇਹ ਗੱਲ ਕਹਿਣਾ ਵਾਰ-ਵਾਰ, ਇਹ ਪਹਿਲੀ ਰੈਲੀ ਸੀ ਜਿਹੜੀ ਕਿ ਅਕਾਲੀ ਦਲ ਦੇ ਨਾਲੋਂ ਟੁੱਟ ਕੇ ਬੀਜੇਪੀ ਨੇ ਸ਼ਕਤੀ ਪ੍ਰਦਰਸ਼ਨ ਦੇ ਤੌਰ ਦੇ ਉੱਤੇ ਕਰਨੀ ਚਾਹੀ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਵੀ ਸੀ।
ਪਰ ਪੰਜਾਬ ਦੇ ਕਿੰਨੇ ਕੁ ਪਿੰਡਾਂ ਦੇ ਵਿੱਚੋਂ ਬੱਸਾਂ ਟਰਾਲੀਆਂ ਟਰੱਕ ਭਰ ਭਰ ਕੇ ਇੱਥੇ ਪਹੁੰਚੇ ਆ। ਹਾਲਾਂਕਿ ਕੁਝ ਪਿੰਡਾਂ ਦੇ ਵਿੱਚ ਹੋਕੇ ਵੀ ਦਿੱਤੇ ਗਏ ਵੀ ਭਾਈ ਨਾ ਜਾਇਓ। ਕੁਝ ਇਹੋ ਜਿਹੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਜਿਹਦੇ ਵਿੱਚ ਬੱਸਾਂ ਦੇ ਵਿੱਚੋਂ ਕੱਢ ਕੇ ਲਾਏ ਜਾ ਰਹੇ ਆ ਬੀਜੇਪੀ ਦੀ ਇਸ ਰੈਲੀ ਦੇ ਵਿੱਚ ਜਾਣ ਦੇ ਚਾਹਵਾਨ ਲੋਕ। ਇਹਨਾਂ ਗੱਲਾਂ ਨੂੰ ਵੀ ਅਸੀਂ ਮੁੱਖ ਰੱਖਦੇ ਹਾਂ ਵੀ ਭਾਈ ਇਹ ਵਿਰੋਧ ਪ੍ਰਗਟਾਵਾ ਇਉਂ ਨਹੀਂ ਹੋਣਾ ਚਾਹੀਦਾ। ਕੋਈ ਰੈਲੀ ਦੇ ਵਿੱਚ ਜਾ ਰਿਹਾ, ਤੁਸੀਂ ਉਹਨੂੰ ਇਹ ਗੱਲ ਕਹਿ ਸਕਦੇ ਵੀ ਭਾਈ ਨੈਤਿਕ ਤੌਰ 'ਤੇ ਇਉਂ ਨਾ ਕਰੋ। ਜੇ ਕਿਸੇ ਹੋਰ ਦੀ ਰੈਲੀ 'ਚ ਜਾ ਰਿਹਾ ਤਾਂ ਵੀ, ਪਰ ਉੱਥੇ ਕੁੱਟਮਾਰ ਹੋਵੇ ਜਿਵੇਂ ਕਿ ਕੁਝ ਕੁ ਵੀਡੀਓ ਦੇ ਵਿੱਚ ਸਾਹਮਣੇ ਆਇਆ, ਇਹ ਵੀ ਮਾੜੀ ਗੱਲ ਆ। ਸਾਨੂੰ ਕਿਸੇ ਦੇ ਉੱਤੇ ਹਮਲਾ ਕਰਨ ਦਾ ਕੋਈ ਅਧਿਕਾਰ ਨਹੀਂ, ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦਾ ਅਧਿਕਾਰ ਨਹੀਂ। ਪਰ ਇਹ ਗੱਲ ਜ਼ਰੂਰ ਸੋਚਣੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਰਾਜਨੀਤੀ ਕਿਹੜੇ ਪਾਸੇ ਨੂੰ ਮੋੜ ਕੱਟੂਗੀ। ਪੰਜਾਬ ਦੇ ਵਿੱਚ ਕੀ ਮਾਹੌਲ ਸੁਖਾਵਾਂ ਰਹੂਗਾ? ਕੀ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੋਈ ਅੱਗ ਤਾਂ ਨਹੀਂ ਬਲੂਗੀ? ਇਹੋ ਜਿਹੇ ਸਵਾਲ ਸਭ ਦੇ ਮਨ ਦੇ ਵਿੱਚ ਆਉਣੇ ਕੁਦਰਤੀ ਹੈ। ਪੰਜਾਬ ਦਾ ਚੰਗਾ ਹੀ ਹੋਵੇ, ਪੰਜਾਬ ਨੂੰ ਕੁਝ ਨਾ ਕੁਝ ਮਿਲੇ, ਇਹਦੀ ਕਾਮਨਾ ਅਸੀਂ ਕਰਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਹੋਊਗਾ ਉਹਦਾ ਅਸਰ ਬਰਾਬਰ ਯੂਪੀ ਦੀ ਚੋਣ ਦੇ ਉੱਤੇ ਵੀ ਹੋਣਾ। ਯੂਪੀ ਦੇ ਵਿੱਚ ਵੀ ਕਿਸਾਨ ਭਾਈਚਾਰੇ ਦੀ ਬਹੁਤ ਵੱਡੀ ਗਿਣਤੀ 'ਚ ਵੋਟ ਹੈ, ਖਾਸ ਕਰਕੇ ਪੱਛਮੀ ਯੂਪੀ ਦੇ ਵੱਲ। ਅਤੇ ਯੂਪੀ ਦੇ ਵਿੱਚ ਪਹਿਲਾਂ ਹੀ ਲਖੀਮਪੁਰ ਕਾਂਡ ਦੇ ਕਰਕੇ ਅਤੇ ਬਾਕੀ ਅੰਦੋਲਨ ਦੇ ਕਰਕੇ ਅਤੇ ਯੂਪੀ ਦੇ ਵਿੱਚ ਯੋਗੀ ਸਰਕਾਰ ਪਿੱਛੇ ਗਈ ਹੋਈ ਹੈ ਅਤੇ ਉੱਥੇ ਅਖਿਲੇਸ਼ ਯਾਦਵ ਦੀ ਪਾਰਟੀ ਫਿਲਹਾਲ ਅੱਗੇ ਚੱਲ ਰਹੀ ਹੈ। ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਬਾਕੀ ਸਮਾਂ ਬਿਆਨ ਕਰੂ ਕੌਣ ਭਾਈ ਅੱਗੇ ਹੈ ਅਤੇ ਕੌਣ ਹੈ ਪਿੱਛੇ। ਖਬਰਾਂ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਉਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।